ਭੱਟਾਂ ਦੀ ਦ੍ਰਿਸ਼ਟੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਨੇ ਜੋ ਸਤਯੁਗ ਦੇ ਵਿੱਚ 52 ਸੀ, ਜੋ ਤ੍ਰੇਤੇ ਦੇ ਸ਼੍ਰੀ ਰਾਮ ਸੀ, ਜੋ ਦੁਆਪਰ ਦੇ ਸ਼੍ਰੀ ਕ੍ਰਿਸ਼ਨ ਸੀ। ਇਹ ਭੱਟਾਂ ਦੀ ਐਸੀ ਦ੍ਰਿਸ਼ਟੀ, ਭੱਟਾਂ ਦੀ ਐਸੀ ਸੋਚ ਨਹੀਂ। ਸਤਯੁਗ ਤੈ ਮਾਣਿਓ ਛਲਿਓ ਬਲਬਾਮ। ਗੁਰੂ ਨਾਨਕ ਸਤਯੁਗ ਔਰ ਤੂੰ 52 ਦਾ ਰੂਪ ਧਾਰਨ ਕੀਤਾ, ਔਰ ਕਿਵੇਂ ਰਾਜੇ ਬਲ ਨੂੰ ਛਲ ਲਿਆ, ਅਮਨਾਂ ਦੀ ਤੂੰ ਪੂਰਤੀ ਕੀਤੀ। ਅਣਿਓ ਰਾਮ ਰਘੁਵੰਸ਼ ਕਹਾਇਓ, ਤੂੰ ਹੀ ਸੀ ਤ੍ਰੇਤੇ ਦੇ ਆਨੰਦ ਮਾਣਨ ਤੇ ਦੇਣ ਵਾਲਾ ਜਗਤ ਦਾ ਰਘੁਵੰਸ਼ੀ ਰਾਮ। ਇਹ ਗੁਰੂ ਨਾਨਕ, ਹੋਰ ਕੋਈ ਨਹੀਂ ਸੀ। द्वापुर कृष्ण मुरार कंस किरतारत कियो अभय भगतैं जन दियो। जिसने उग्रसैन नूं, जिसने कंस दा वध कीता, जिसने द्वापुर देश द्रौपदा दी लज्जा रखी। कवि कल ये भट्ट है, ये कोई होर नहीं सी, गुरु नानक तू ही सी। द्वापुर कृष्ण मुरार कंस किरतारत कियो उग्र सैन को राज अभय। कल जुग प्रमाण नानक गुर अंगद अमर कहायो अटल आद पुरख फरमायो। ਉਹ ਕਲਯੁਗ ਦੇ ਵਿੱਚ ਜੋ ਤ੍ਰੇਤੇ ਦੇ ਚ, ਜੋ ਸਤਯੁਗ ਦੇ ਚ 52 ਸੀ, ਗੁਰੂ ਨਾਨਕ ਬਣ ਕੇ ਆਇਆ ਹੈ, ਗੁਰੂ ਅਮਰਦਾਸ ਬਣ ਕੇ ਆਇਆ ਹੈ, ਗੁਰੂ ਅੰਗਦ ਬਣ ਕੇ ਆਇਆ ਹੈ। ਭੱਟ ਕਹਿੰਦੇ ਨੇ ਸਾਨੂੰ ਗੁਰੂ ਨਾਨਕ ਦੇ ਚੋਂ ਇਹ ਝਲਕ ਮਿਲ ਰਹੀ ਹੈ, ਉਸ ਦੇ ਵਿਚਾਰਾਂ ਦੇ ਚੋਂ ਉਸ ਦੀ ਇਸ ਤਰ੍ਹਾਂ ਦੀ ਝਲਕ ਮਿਲ ਰਹੀ ਹੈ। ਔਰ ਸਿਰਫ ਸਤਯੁਗ ਤੇ ਤ੍ਰੇਤਾ, ਇਸ ਕਲਯੁਗ ਦੇ ਜੋ ਸਿਰਮੌਰ ਆਤਮਦਰਸ਼ੀ ਹੋਏ, ਆਤਮ ਗਿਆਨੀ ਹਟ, ਉਹਨਾਂ ਦਾ ਨਾਂ ਲੈਂਦਾ ਹੈ। ਦਾਸ ਭਗਤ ਜੈ ਦੇਵ ਤ੍ਰਿਲੋਕ, ਰਵਿਦਾਸ ਜੈਸਾ ਭਗਤ ਨਹੀਂ ਹੈ, ਭਾਵਨਾ ਦੇ ਚ ਭਰਿਆ ਹੋਇਆ ਹੈ। ਕੀ ਕਰਦਾ ਹੈ? ਠੇ ਪੈਰ ਜੁੱਤੀਆਂ ਗੰਢਦਿਆਂ ਗੰਢਦਿਆਂ ਜਿਸਨੇ ਆਪਣਾ ਦਿਲ ਦਿਮਾਗ ਵੀ ਪਰਮਾਤਮਾ ਨਾਲ ਗੰਢ ਲਿਆ। ਜੁੱਤੀਆਂ ਗੰਢਦਿਆਂ ਗੰਢਦਿਆਂ ਜਿਸਨੇ ਸੰਸਾਰ ਗੰਢਣ ਦੀ ਕੋਸ਼ਿਸ਼ ਕੀਤੀ। ਐਸਾ ਰਵਿਦਾਸ ਗੁਰੂ ਨਾਨਕ ਦੀ ਉਪਮਾ ਵਿੱਚ ਖੜਾ ਹੈ। ਗੁਰੂ ਨਾਨਕ ਦੇ ਗੀਤ ਗਾ ਰਿਹਾ ਹੈ। ਗੁਣ ਗਾਵੇ ਰਵਿਦਾਸ ਭਗਤ ਜੈ ਦੇਵ ਤ੍ਰਿਲੋਕ। ਬੰਗਾਲ ਦਾ ਮਹਾਨ ਆਤਮਦਰਸ਼ੀ ਤੇ ਸੰਸਕ੍ਰਿਤ ਦਾ ਮਹਾਨ ਪੰਡਤ ਭਗਤ ਜੈ ਦੇਵ। ਇਹ ਗੁਰੂ ਨਾਨਕ, ਇਹ ਵੀ ਤੇਰੇ ਗੀਤ ਗਾ ਰਿਹਾ ਹੈ, ਇਹ ਵੀ ਤੇਰੀ ਉਪਮਾ ਕਰ ਰਿਹਾ ਹੈ। ਫਿਰ ਤ੍ਰਿਲੋਚਨ ਵਕਤ ਦਾ ਇੱਕ ਮਹਾਨ ਭਗਤ, ਜੈਸਾ ਕਿ ਇਸ ਦਾ ਨਾਮ ਸੀ ਤ੍ਰਿਲੋਚਨ, ਵਾਕਈ ਇਸ ਦਾ ਤੀਸਰਾ ਲੋਚਨ, ਇਸ ਦਾ ਤੀਸਰਾ ਨੇਤਰ ਖੁੱਲ ਗਿਆ ਸੀ। ਉਹ ਅੱਖਾਂ ਨਾਲ ਸੰਸਾਰ ਦਿਸਦਾ ਹੈ, ਤੀਜੀ ਅੱਖ ਖੁੱਲ ਜਾਏ ਤਾਂ ਨਿਰੰਕਾਰ ਦਿਸਦਾ ਹੈ। ਐਸਾ ਜੋ ਤਿੰਨ ਨੇਤਰਾਂ ਵਾਲਾ ਤ੍ਰਿਲੋਚਨ, ਇਹ ਵੀ ਗੁਰੂ ਨਾਨਕ ਦੀ ਉਪਮਾ ਗਾਇਨ ਕਰ ਰਿਹਾ ਹੈ। ਨਾਮਾ ਭਗਤ ਕਬੀਰ ਸਦਾ ਗਾਵੇਂ ਸਮਲੋਚਨ। ਇੱਕ ਦ੍ਰਿਸ਼ਟ ਹੋ ਕੇ ਭਗਤ ਨਾਮਦੇਵ ਗੁਰੂ ਨਾਨਕ ਦੀ ਉਪਮਾ ਦੇ ਜੁੜੇ ਹੋਏ ਨੇ। ਨਾਮਦੇਵ ਕੱਪੜਿਆਂ ਨੂੰ ਰੰਗਦਾ, ਉਸਨੇ ਆਪਣਾ ਮਨ ਰੰਗ ਲਿਆ। ਰੰਗਦਿਆਂ ਰੰਗਦਿਆਂ ਉਸਨੇ ਜਗਤ ਨੂੰ ਰੰਗਣ ਦੀ ਕੋਸ਼ਿਸ਼ ਕੀਤੀ ਤੋਂ ਪ੍ਰਭਾਵਿਤ ਹੈ। ਕਬੀਰ ਦੀ ਆਤਮਾ ਗੁਰੂ ਨਾਨਕ ਤੋਂ ਪ੍ਰਭਾਵਿਤ ਹੈ। ਭੱਟ ਕਹਿੰਦੇ ਨੇ ਇੱਕ ਰਸ ਹੋ ਕੇ, ਸਮਦ੍ਰਿਸ਼ਟ ਹੋ ਕੇ ਕਬੀਰ ਔਰ ਨਾਮਦੇਵ ਗੁਰੂ ਨਾਨਕ ਦੇ ਗੀਤ ਗਾ ਰਹੇ। ਤਬੇਣ ਗੁਣ ਰਵੇ ਸਹਿਜ ਆਤਮ ਰੰਗ ਮਾਣੀ। ਜਿਸਨੇ ਸਹਿਜ ਯੋਗ ਦਾ ਆਨੰਦ ਮਾਣਿਆ, ਜੋ ਆਤਮ ਰੰਗ ਦੇ ਚ ਹਰ ਵਕਤ ਜੀ ਰਿਹਾ ਸੀ, ਉਹ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੀਤ ਗਾਉਂਦਾ ਹੈ। ਜੋਗ ਧਿਆਨ ਗੁਣਾ ਜਾਣੇ ਐਸਾ ਭਗਤ ਬੈਣੀ, ਜੋ ਜੋਗ ਤੋਂ ਬਿਨਾਂ ਹੋਰ ਕੁਝ ਜਾਣਦਾ ਹੀ ਨਹੀਂ, ਹਰ ਵਕਤ ਜੁੜਿਆ ਰਹਿੰਦਾ ਹੈ, ਜਿਸ ਦਾ ਪਿਆਰ ਬਣਿਆ ਹੋਇਆ ਹੈ। ਔਰ ਪ੍ਰਭੂ ਦੇ ਨਾਲ ਜੋ ਹਰ ਵਕਤ ਜੋ ਹੈ ਸੁਰਤ ਜੋੜ ਕੇ ਰੱਖਦਾ ਹੈ, ਐਸਾ ਜੋ ਭਗਤ ਬੈਣੀ ਹੈ। ਮੱਠੇ ਪੈਰ ਗੁਰੂ ਨਾਨਕ ਮਹਾਰਾਜ ਦੇ ਗੀਤ। ਸੁਖਦੇਵ ਪਰੀਖਤ ਗੁਣ ਰਵੇ ਗੌਤਮ ਰਿਖ ਜਸ ਗਾਇਓ। ਐਸਾ ਰਿਸ਼ੀ ਸੁਖਦੇਵ ਜੋ ਰਿਸ਼ੀ, ਜੋ ਜਨਕ ਪਾਸੋਂ ਗੁਰੂ ਦੀਕਸ਼ਾ ਲੈਣ ਲਈ ਗਿਆ। ਔਰ ਵਾਕਈ ਜਨਕ ਨੇ ਮਹਾਨ ਸੂਝ ਸਮਝ ਇਸ ਮਹਾਨ ਤਪੇਸ਼ਵਰ ਦੀ ਝੋਲੀ ਦੇ ਚ ਪਾਈ।
और दसिया कि राज दे च रहिंदे होया योगी किवें बणीदा है, पदार्थां दे च रहिंदे होया परमात्मा नूं किवें प्राप्त करीदा है, राज भाग दे दा आनंद किवें माणीदा है। राजे जनक ने ये शिक्षा, ये दीक्षा ऋषि सुखदेव नूं दित्ती, पर ऐसा ऋषि सुखदेव गुरु नानक दी उपमा दे च लीन है। गौतम ऋषि गौतम एक ते होए ने महात्मा बुद्ध, एक होए ने गौतम ऋषि, न्याय शास्त्र दे करता। 6 शास्त्रां दे चों एक शास्त्र दे करता, महान पंडित, महान सुधारक, महान दार्शनिक ते महान चिंतक। इस चिंतक दी दृष्टि दे गुरु नानक महान ज्ञानी ने, महान ज्ञाता ने, भट कह रहे ने ये महान ज्ञानी महान ज्ञाता दे गीत गा रहे है, उपमा कर रहे है। कब कल सो जस गाओ गुरु नानक, नित नव तन जग छायो। हर वक्त नवें तो नवें रूप विच जिस गुरु नानक दा जस जगत दे छाया होया है, जो राज योगी है, सारे मिलके उसका जस गायन करो ताकि निरंकार नाल जुड़ सको, संसार नाल जुड़ सको और ये संसार निरंकार दा रूप दिखाई देवे, ऐसी दृष्टि प्राप्त हो सके। ये भट्ट ऐसी प्रेरणा दे रहे है। कब कल सो जस नानक गुर, नित नव तन जग छायो। होर कौन कौन गुरु नानक दी उपमा दे लीन ने। गुण गावे पायाल भगत नागाद भयंगम। पाताल दे रहन वाले नाग ऋषि इत्यादक, ये भी गुरु नानक दी उपमा दे लीन ने। किस रूप दे लीन ने? भट्ट दी दृष्टि बड़ी गहरी है, भट्ट दी सोच बड़ी लंबी है। उसकी पकड़ दे आया है कि ये नाग लोग दे सारे दे सारे नाग, ये भी गुरु नानक दी उपमा दे लीन ने। गुरु नानक दे गीत गा रहे ने। गुण गावे पायाल भगत नागाद भयंगम, महादेव गुण रवे सदा जोगी जत जंगम। जो सदा जती है, सदा जंगम रहंदा है, भाव हर वक्त बयाबान जंगल दे ते हर वक्त भ्रमण करता है। जो सदा जती है, तमाम इंद्रियां नूं जिसने अपने काबू विच कीता होया है, ऐसा जो महाजोगी महादेव है, गुरु नानक दी उपमा दे लीन है। गुरु नानक दा जस गायन कर रहा है। महादेव गुण रवे सदा जोगी जत जंगम, गुण गावे मुन ब्यास जिन वेद व्याकरण विचारिया। ब्रह्मा दे कंठ तो निकले जो वेद सन, जिन्हां नूं लिखती रूप दिता ऋषि व्यास जी ने, और जिसने वाकई संस्कृत ग्रामर भी जगत नूं दिती। ये ना लिखदा और ना विचारदा तो ब्रह्मा दे बोल खला दे उड़ जाने सन, क्योंकि ब्रह्मे ने बोले सन, ब्रह्मे ने लिखे नहीं सन। लिखती रूप ऋषि व्यास ने दिता है, जिसनों अज असी पंजाब कहते हैं। इसका नाम मधुर देश सी। गुरु गोबिंद सिंह जी महाराज भी ऐसा ही लिखते हैं, मधुर देश हमको ले आए, भांत भांत दईहन दुरलाए। इस मधुर देश दे एक दरिया वगदा है, जिसनों असी ब्यास करके जानते हैं। और इस तरह दे उस इलाके 5 दरिया ने, अफगानिया ने, ईरानिया ने इस मधुर देश नूं नाम दिता पंजाब, पंजाब। इसे ही दरिया दे कंडे ते बैठ के इसने 4 वेद लिखे और वेदांत शास्त्र लिखिया, भविष्य पुराण लिखी, गीता लिखी। इस दरिया का नाम ही ब्यास पै गया, इसे ऋषि दे नाम करके। इंज कह लो, ऋषि ब्यास मधुर देश का वासी सी, अज दे नाम दे मुताबिक पंजाबी सी। पुराने नाम दे मुताबिक मधुर देश का वासी सी, अज दे हिसाब नाल पंजाबी सी। इसी दरिया के कंडे ते बैठ के इतना महान ज्ञान लिखती रूप दे के उसने जगत की झोली विच पाया। भट्ट कह रहे ने, ये महान ऋषि वेद व्यास, जिसने जगत के सामने लिखती रूप दे वेद लियांदे,
ਉਹ ਵੀ ਗੁਰੂ ਨਾਨਕ ਦੀ ਉਪਮਾ ਦੇ ਚਲੀਨ ਹੈ, ਉਹ ਵੀ ਗੁਰੂ ਨਾਨਕ ਦੀ ਮਹਿਮਾ ਗਾਇਨ ਕਰ ਰਿਹਾ ਹੈ। ਦਰਅਸਲ ਅਗਾਂਹ ਤੇ ਪਿੱਛੇ ਦੀ ਗੱਲ ਨਹੀਂ ਆਉਂਦੀ। ਜੋ ਪਰਮ ਚੇਤਨਾ ਹੈ ਉਸ ਦਾ ਨੂਰ ਬਹੁਤ ਦੂਰ ਤੱਕ ਫੈਲਦਾ ਹੈ, ਭੂਤ ਤੇ ਭਵਿਸ਼ ਦੀਆਂ ਸੀਮਾਵਾਂ ਨੂੰ ਤੋੜ ਕੇ ਵੀ ਅੱਗੇ ਲੰਘ ਜਾਂਦਾ ਹੈ। ਔਰ ਜੋ ਇਸ ਤਰ੍ਹਾਂ ਦੀ ਅਸੀਮ ਦੁਨੀਆ ਦੇ ਵਾਸੀ ਨੇ ਉਹਨਾਂ ਦੀ ਪਕੜ ਦੇ ਚ ਆ ਜਾਂਦਾ ਹੈ, ਜੈਸੇ ਕਿ ਵਲੀ ਨਿਆਮਤ ਅਲੀ ਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸਰੀਰਕ ਰੂਪ ਦੇ 200 ਸਾਲ ਪਹਿਲੇ ਹੋਏ ਨੇ। ਔਰ ਉਸ ਦੀ ਲੇਖਣੀ ਹੈ ਕਯਾਮਤ ਨਾਮਾ, ਜਿਸ ਦੇ ਚੋਂ ਕਹਿੰਦਾ ਹੈ ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ਼ ਹਾਏ ਮਾਰਫਤ ਜੋ ਰਾਹੇ ਕੁਸ਼ਾ। ਨਾਨਕ ਨਾਮ ਦਾ ਇੱਕ ਮਰਦੇ ਖੁਦਾ ਹੋਵੇਗਾ ਜੋ ਖੁਦਾ ਦੇ ਗੁੱਝੇ ਰਾਜ਼ ਦੱਸੇਗਾ, ਜੋ ਖੁਦਾ ਦਾ ਗੁੱਝਾ ਭੇਦ ਦੱਸੇਗਾ। ਅੱਜ ਤੱਕ ਤੇ ਇਹੀ ਸੀ, ਪਰਿਵਾਰ ਛੋੜੋ, ਨਿਰੰਕਾਰ ਨੂੰ ਪ੍ਰਾਪਤ ਕਰੋ, ਧਨ ਨੂੰ ਲੱਤ ਮਾਰੋ, ਧਰਮ ਨੂੰ ਗ੍ਰਹਿਣ ਕਰੋ, ਬਾਜ਼ਾਰ ਨੂੰ ਛੋੜੋ, ਕਾਰੋਬਾਰ ਨੂੰ ਛੋੜੋ, ਕਰਤਾਰ ਨਾਲ ਜੁੜੋ। ਇੱਕ ਗੁੱਝਾ ਭੇਦ ਗੁਰੂ ਨਾਨਕ ਜਗਤ ਦੀ ਝੋਲੀ ਵਿੱਚ ਪਾਵੇਗਾ। ਨਿਆਮਤ ਅਲੀ ਸ਼ਾਹ ਕਹਿੰਦੇ ਨੇ, ਓਏ ਕੋਈ ਲੋੜ ਨਹੀਂ ਕਾਰੋਬਾਰ ਨੂੰ ਛੋੜਨ ਦੀ, ਕੋਈ ਲੋੜ ਨਹੀਂ ਪਰਿਵਾਰ ਨੂੰ ਛੋੜਨ ਦੀ, ਕੋਈ ਲੋੜ ਨਹੀਂ ਸੰਸਾਰ ਨੂੰ ਛੋੜਨ ਦੀ। ਪਰ ਜੈਸੇ ਇੱਕ ਮਾਸੂਮ ਬੱਚੇ ਨੇ ਅੱਜ ਲਿਖਣਾ ਹੋਵੇ ਤੇ ਉਸ ਲਈ ਪਹਿਲੇ ਪੂਰਨੇ ਪਾਣੇ ਪੈਂਦੇ ਨੇ, ਫਿਰ ਉਹ ਆਰਾਮ ਨਾਲ ਆਸਾਨੀ ਨਾਲ ਪੂਰਨਿਆਂ ਤੇ ਲਿਖ ਲੈਂਦਾ ਹੈ। ਗੁਰੂ ਨਾਨਕ ਨੂੰ ਸਵੈਮ ਗ੍ਰਸਤੀ ਬਣਨਾ ਪਿਆ, ਗੁਰੂ ਨਾਨਕ ਨੂੰ ਸਵੈਮ ਕਾਰੋਬਾਰੀ ਬਣਨਾ ਪਿਆ, ਗੁਰੂ ਨਾਨਕ ਨੂੰ ਸਵੈਮ ਸਾਰੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਪਈਆਂ। ਜੋ ਆਖਿਆ ਜਾ ਰਿਹਾ ਅਗਰ ਉਹ ਕਰਕੇ ਨਾ ਦਿਖਾਇਆ ਜਾਏ ਤਾਂ ਦੂਸਰੇ ਦੀ ਮਨ ਦੇ ਉੱਤੇ ਇਤਨਾ ਪ੍ਰਭਾਵ ਨਹੀਂ ਪੈਂਦਾ, ਦੂਸਰਾ ਕਬੂਲਨ ਨੂੰ ਰਾਜ਼ੀ ਨਹੀਂ ਹੁੰਦਾ। ਪ੍ਰਤੱਖ ਪ੍ਰਮਾਣ ਚਾਹੀਦਾ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਤੱਖ ਪ੍ਰਮਾਣ ਨੇ ਰਾਜਯੋਗੀ ਦੇ। ਕਾਰੋਬਾਰੀ ਹੁੰਦੇ ਹੋਇਆਂ ਉਹ ਐਸੇ ਮਹਾਨ ਕਾਰੋਬਾਰੀ ਨੇ ਕਿ ਕਾਰੋਬਾਰ ਦੇ ਵਿੱਚ ਵੀ ਸਮਾਧੀ ਲੱਗ ਜਾਂਦੀ ਹੈ। ਇਤਿਹਾਸ ਹੈ। ਮੋਦੀ ਖਾਨਾ ਚਲਾ ਰਹੇ ਨੇ, ਆਪ ਤਕੜੀ ਨਾਲ ਦਾਣੇ ਤੋਲ ਕੇ ਦੇ ਰਹੇ ਨੇ। 1 2 3 4 ਜਦ 13 ਦੀ ਵਾਰੀ ਆਈ ਤੇ 13 ਆਖਿਆ, ਅੱਗੋਂ ਨਹੀਂ ਕੁਝ ਕਹਿ ਸਕੇ। ਫਿਰ 13 13 13 13 ਹੈ ਤੇ ਇੱਕ ਹਿੰਸਾ, ਪਰ ਇਸ ਤੇਰੇ ਨੇ ਤੇਰੇ ਨਾਲ ਜੋੜ ਦਿੱਤਾ, ਪਰਮ ਆਨੰਦ ਦੀ ਪ੍ਰਾਪਤੀ ਕਰਾ ਦਿੱਤੀ। ਲੋਕੀ ਰਾਮ ਰਾਮ ਕਹਿ ਕੇ ਵੀ ਰਾਮ ਨਾਲ ਨਹੀਂ ਜੁੜਦੇ, ਲੋਕੀ ਗੁਰੂ ਗੁਰੂ ਕਹਿ ਕੇ ਵੀ ਗੁਰੂ ਦਾ ਆਨੰਦ ਨਹੀਂ ਮਾਣਦੇ। ਤੇਰਾ ਆਖਿਆ ਔਰ ਉਸ ਨਾਲ ਜੁੜ ਗਏ। ਕਾਰੋਬਾਰ ਦੇ ਵਿੱਚ ਵੀ ਇਤਨੀ ਸੁਰਤ ਇਕਾਗਰ ਹੈ, ਕੰਮ ਧੰਦਿਆਂ ਦੇ ਵਿੱਚ ਵੀ ਉਹ ਇਤਨੇ ਜੁੜੇ ਹੋਏ ਨੇ। ਇਹ ਪੂਰਨੇ ਪਾ ਕੇ ਦੱਸੇ ਕਿ ਕੋਈ ਕਾਰੋਬਾਰ, ਕੋਈ ਕੰਮ ਧੰਦਾ ਮਨੁੱਖ ਦੀ ਸੁਰਤ ਵਿੱਚ ਬਾਧਾ ਨਹੀਂ, ਅਗਰ ਮਨੁੱਖ ਨੂੰ ਇਕਾਗਰਤਾ ਦੇ ਨਾਲ ਆਪਣਾ ਕੰਮ ਕਰਨਾ ਵੀ ਆਵੇ, ਆਪਣਾ ਕਾਰੋਬਾਰ ਵੀ ਚਲਾਣਾ ਆਵੇ। ਇਸ ਤਰ੍ਹਾਂ ਦੀ ਸਾਰੀ ਜਿਹੜੀ ਜਾਂਚ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਗਤ ਦੀ ਝੋਲੀ ਦੇ ਜੋ ਹੈ ਪਾਈ। ਇਸ ਵਾਸਤੇ ਭੱਟ ਕਹਿੰਦੇ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਐਸੇ ਮਹਾਪੁਰਸ਼ ਨੇ, ਬ੍ਰਹਮਾ ਗੁਣ ਉਚਰੇ ਜਿਨ ਹੁਕਮ ਸਭ ਸ੍ਰਿਸ਼ਟ ਸਵਾਰਿਆ। ਸਾਰੀ ਸ੍ਰਿਸ਼ਟੀ ਦਾ ਬੋਧ ਦੇਣ ਵਾਲਾ, ਗਿਆਨ ਦੇਣ ਵਾਲਾ ਉਹ ਜੋ ਬ੍ਰਹਮਾ ਹੈ, ਹਰ ਪੱਖ ਦੀ ਸੂਝ ਸਮਝ ਦੇਣ ਵਾਲਾ, ਕਿਵੇਂ ਪੈਦਾ ਹੋਇਆ, ਕਿਵੇਂ ਬਣਿਆ ਔਰ ਇਹ ਸੰਸਾਰ ਕੀ ਹੈ, ਇਹ ਬਹੁਤ ਵੱਡਾ ਗਿਆਨ ਬ੍ਰਹਮੇ ਨੇ ਦਿੱਤਾ। ਇਸ ਵਾਸਤੇ ਬ੍ਰਹਮੇ ਨੂੰ ਕਹਿ ਦਿੱਤਾ ਗਿਆ ਸੰਸਾਰੀ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਸੰਸਾਰ ਦਾ ਬੋਧ ਦਿੱਤਾ, ਸੰਸਾਰ ਕਿਵੇਂ ਬਣਿਆ। ਇਹਦੀ ਰੁਚੀ ਵੀ ਇਹੀ ਸੀ ਕਿ ਮੈਂ ਖੋਜ ਕਰਨੀ ਹੈ, ਸੰਸਾਰ ਦਾ ਮੂਲ ਕੀ ਹੈ। ਔਰ ਸਵੈਮ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਬ੍ਰਹਮੇ ਬਾਰੇ ਆਪਣੇ ਵਿਚਾਰ ਇਹੀ ਦਿੰਦੇ ਨੇ। ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਣ ਸ੍ਰਿਸ਼ਟ ਗਿਆ। ਆਗੇ ਅੰਤ ਨ ਪਾਇਓ ਤਾਂ ਕਾ, ਕੰਸ ਛੇਦ ਕਿਆ ਵੱਡਾ ਭਇਆ। ਵਿਸ਼ਨੂੰ ਦਾ ਵਰ ਲੈ ਕੇ
ਸੰਸਾਰ ਦਾ ਮੂਲ ਲੱਭਣ ਲਈ ਚੱਲ ਪਿਆ ਬ੍ਰਹਮਾ। ਦੇਖੀਏ ਕਦੋਂ ਉਤਪਨ ਹੋਇਆ ਔਰ ਇਹ ਸੰਸਾਰ ਕਿਵੇਂ ਬਣਿਆ, ਕਦੋਂ ਬਣਿਆ, ਕਿਸ ਢੰਗ ਨਾਲ ਬਣਾਇਆ ਗਿਆ। ਸ੍ਰਿਸ਼ਟੀ ਦਾ ਮੂਲ ਲੱਭਣ ਲਈ ਚੱਲ ਪਿਆ, ਸਾਰੀ ਸ੍ਰਿਸ਼ਟੀ ਨੂੰ ਜਾਣਨ ਲਈ ਚੱਲ ਪਿਆ। ਆਖਰ ਇੱਕ ਦਿਨ ਰਸਨਾ ਤੋਂ ਨਿਕਲਿਆ ਨੇਤੀ ਨੇਤੀ ਨੇਤੀ, ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਮੂਲ ਨਹੀਂ ਹੈ, ਇਹ ਵੀ ਬੁਨਿਆਦ ਨਹੀਂ ਹੈ, ਇਹ ਵੀ ਬੁਨਿਆਦ ਨਹੀਂ ਹੈ, ਔਰ ਬਿਸਮਾਦ ਹੋ ਕੇ ਸਮਾਧੀ ਲੀਨ ਹੋ ਗਿਆ। ਅੰਤ ਨਹੀਂ ਪਾਇਆ ਜਾ ਸਕਦਾ ਉਸ ਭਗਵੰਤ ਦਾ। ਐਸਾ ਜਿਹੜਾ ਬ੍ਰਹਮਾ ਹੈ, ਬ੍ਰਹਮਾ ਗੁਣ ਉਚਰੇ, ਉਹ ਵੀ ਗੁਰੂ ਨਾਨਕ ਦੇ ਗੁਣਾਂ ਦਾ ਉਚਾਰਨ ਕਰ ਰਿਹਾ ਹੈ, ਉਹ ਵੀ ਗੁਰੂ ਨਾਨਕ ਦੀ ਮਹਿਮਾ ਗਾਇਨ ਕਰ ਰਿਹਾ ਹੈ। ਬ੍ਰਹਮਾ ਗੁਣ ਉਚਰੇ ਜਿਨ ਹੁਕਮ ਸਭ ਸ੍ਰਿਸ਼ਟ ਸਵਾਰਿਆ, ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ, ਜਪ ਕਲ ਸੋ ਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਆ। ਸਮੂਹ ਬ੍ਰਹਮੰਡ ਦੇ ਜਿਤਨੇ ਖੰਡ ਨੇ ਔਰ ਉਹਦੇ ਜਿਹੜਾ ਪੂਰਨ ਬ੍ਰਹਮ ਵਿਆਪਕ ਹੈ, ਉਸ ਨੂੰ ਜਿਤਨੇ ਜਾਣਨ ਵਾਲੇ ਨੇ, ਸਮਝਣ ਵਾਲੇ ਨੇ, ਕਲ ਸਹਾਰ ਕਹਿ ਰਹੇ ਨੇ, ਸਾਰੇ ਦੇ ਸਾਰੇ ਗੁਰੂ ਨਾਨਕ ਦੀ ਉਪਮਾ ਦੇ ਚਲੀਨ ਨੇ। ਹੁਣ ਇੱਥੇ ਸ਼ਬਦ ਵਰਦੇ ਨੇ ਸਹਿਜ ਜੋਗ ਜਿਨ ਮਾਣਿਆ। ਉਪਰੋਕਤ ਸਈਆਂ ਦੇ ਪਟ ਕਹਿ ਰਿਹਾ ਹੈ ਰਾਜ ਜੋਗ ਜਿਨ ਮਾਣਿਆ। ਹੁਣ ਇਹਨਾਂ ਸ਼ਬਦਾਂ 'ਚ ਉਹ ਕਹਿ ਰਿਹਾ ਸਹਿਜ ਜੋਗ ਜਿਨ ਮਾਣਿਆ। ਸਹਿਜ ਦਾ ਮਤਲਬ ਹੈ ਅਡੋਲਤਾ, ਸਹਿਜ ਦਾ ਮਤਲਬ ਹੈ ਸਵੈਮ ਤੋਂ ਜੋ ਜਨਮੇ। ਇੱਕ ਤਾਂ ਹੈ ਬਾਹਰੋਂ ਧਾਰਨ ਕਰਨਾ, ਇੱਕ ਹੈ ਸੁਭਾਅ ਦੇ ਚੋਂ ਪੈਦਾ ਹੋਵੇ। ਇੱਕ ਤੇ ਹੈ ਕੋਸ਼ਿਸ਼ ਕਰਕੇ ਮਿੱਠਾ ਬੋਲਣਾ, ਇੱਕ ਐਸਾ ਮਿੱਠੇ ਬੋਲ ਸਵੈਮ ਤੋਂ ਉਤਪਨ ਹੁੰਦੇ ਨੇ, ਉਹਦੇ ਸੁਭਾਅ ਦੇ ਚਾਹੁੰਦੇ ਨੇ। ਇੱਕ ਤੇ ਹੈ ਕੋਸ਼ਿਸ਼ ਕਰਕੇ ਨਿਰਮਾਣਤਾ ਪ੍ਰਗਟ ਕਰਨੀ, ਇੱਕ ਸੁਭਾਅ ਦੇ ਚ ਨਿਰਮਾਣਤਾ ਹੈ। ਸਹਿਜ ਦਾ ਅਰਥ ਹੈ ਸਵੈਮ ਤੋਂ ਜਨਮਿਆ, ਜਿਸ ਦਾ ਜਨਮ ਸਵੈਮ ਤੋਂ ਹੋਵੇ, ਆਪਣੇ ਆਪ ਤੋਂ ਹੋਵੇ, ਅੰਦਰੋਂ ਹੋਵੇ। ਰਾਜ ਜੋਗ ਮਾਣਿਆ ਗੁਰੂ ਨਾਨਕ ਨੇ, ਪਰ ਰਾਜ ਜੋਗ ਸਹਿਜ ਜੋਗ ਤੋਂ ਪੈਦਾ ਹੋਇਆ, ਸਵੈਮ ਤੋਂ ਜਨਮਿਆ, ਉੱਪਰੋਂ ਨਹੀਂ ਧਾਰਨ ਕੀਤਾ, ਬਾਹਰੋਂ ਨਹੀਂ ਧਾਰਨ ਕੀਤਾ, ਇਹ ਅੰਦਰੋਂ ਪੈਦਾ ਹੋਇਆ। ਇਸ ਦੀ ਝਲਕ ਅੰਦਰੋਂ ਮਿਲੀ ਔਰ ਅੰਦਰ ਤੋਂ ਇਹ ਬਾਹਰ ਪ੍ਰਗਟ ਹੋਇਆ, ਉਸ ਨੂੰ ਕਹਿੰਦੇ ਨੇ ਸਹਿਜ ਯੋਗ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੇ ਮੂਲ ਉਪਦੇਸ਼ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੇ ਇਹੀ ਸਿਧਾਂਤ ਜਗਤ ਦੀ ਝੋਲੀ ਦੇ ਚ ਪਾਉਂਦੀ ਹੈ ਕਿ ਸਹਿਜ ਸੁਭਾਏ ਹੋਏ ਸੋ ਹੋਏ, ਕਰਨੇ ਹਾਰ ਪਛਾਣੇ ਸੋਏ। ਜਿਤਨੇ ਚਿਰ ਤੱਕ ਵਾਹਿਗੁਰੂ ਸ਼ਬਦ ਵੀ ਸਵੈਮ ਤੋਂ ਨਹੀਂ ਜਨਮਦਾ, ਇਤਨੇ ਚਿਰ ਤੱਕ ਵਾਹਿਗੁਰੂ ਵਾਹਿਗੁਰੂ ਆਖਣਾ ਵੀ ਸਹਿਜ ਨਹੀਂ ਹੈ ਔਰ ਪਖੰਡ ਹੈ। ਵਾਹਿਗੁਰੂ ਮੇਰੀ ਜ਼ਬਾਨ ਕਹਿ ਰਹੀ ਹੈ, ਮੇਰਾ ਹਿਰਦਾ ਨਹੀਂ ਕਹਿ ਰਿਹਾ। ਸੇਵਾ ਮੇਰਾ ਤਨ ਕਰ ਰਿਹਾ ਹੈ, ਮੇਰਾ ਸੁਭਾਅ ਨਹੀਂ ਉਸ ਦੇ ਸਮਿਲਿਤ, ਮੇਰਾ ਮਨ ਨਹੀਂ ਕਰ ਰਿਹਾ। ਇਸ ਪਾਖੰਡ ਨੂੰ ਸਹਿਜ ਬਣਾਉਣਾ ਹੈ। ਇਸ ਪਖੰਡ ਦੀ ਵੀ ਨਿੰਦਾ ਨਹੀਂ, ਇਹ ਪਖੰਡ ਪਰੇ ਹੋ ਜਾਏ, ਇੱਕ ਪਾਸੇ ਹੋ ਜਾਏ ਔਰ ਇਹ ਸੁਭਾਅ ਬਣ ਜਾਏ। ਇਸ ਦਾ ਜਨਮ ਸਵੈਮ ਤੋਂ ਹੋ ਜਾਏ, ਸੇਵਾ ਦਾ ਰੂਪ ਹੋ ਜਾਏ। ਮਨੁੱਖ ਸੇਵਾ ਕਰਨੀ ਕੀ, ਸੇਵਾ ਕਰਨੀ ਹੋਰ ਗੱਲ ਹੈ, ਸੇਵਾ ਦਾ ਰੂਪ ਹੋ ਜਾਣਾ ਹੋਰ ਗੱਲ ਹੈ। ਪ੍ਰੇਮ ਕਰਨਾ ਹੋਰ ਗੱਲ ਹੈ, ਪਰ ਪ੍ਰੇਮ ਦਾ ਰੂਪ ਹੋ ਜਾਣਾ ਹੋਰ ਗੱਲ ਹੈ। ਦਾਨ ਦੇਣਾ ਹੋਰ ਗੱਲ ਹੈ, ਪਰ ਦਾਨ ਦਾ ਹੀ ਸਰੂਪ ਹੋ ਜਾਣਾ। ਜੋ ਦਾਨ ਦਾ ਸਰੂਪ ਹੋ ਜਾਂਦਾ ਹੈ, ਉਹ ਦ੍ਰਿਸ਼ ਬੋਲਾਂ ਹੀ ਵੀ ਕੁਛ ਦਿੰਦਾ ਹੈ, ਉਹ ਬੋਲਾਂ ਦੇ ਰਾਹੀਂ ਵੀ ਕੁਛ ਦਿੰਦਾ ਹੈ, ਉਹ ਕਦਮਾਂ ਦੇ ਰਾਹੀਂ ਵੀ ਕੁਛ ਦਿੰਦਾ ਹੈ। ਉਸਦੇ ਕਦਮ ਵੀ ਜਿੱਥੇ ਟਿਕਣਗੇ ਕੁਛ ਨਾ ਕੁਛ ਜਗਤ ਨੂੰ ਮਿਲੇਗਾ, ਉਸਦੇ ਬੋਲਾਂ ਦੇ ਰਾਹੀਂ ਵੀ ਜਗਤ ਨੂੰ ਕੁਛ ਮਿਲੇਗਾ, ਉਸਦੇ ਹੱਥਾਂ ਦੀ ਤਰੰਗਾਂ ਤੋਂ ਵੀ ਜਗਤ ਨੂੰ ਕੁਛ ਨਾ ਕੁਛ ਜੋ ਹੈ ਪ੍ਰਾਪਤ ਹੋਵੇਗਾ, ਔਰ ਉਸਦੀ ਦ੍ਰਿਸ਼ਟੀ ਵੀ ਜਗਤ ਨੂੰ ਨਿਹਾਲ ਕਰੇਗੀ, ਕਿਉਂਕਿ ਦਾਨ ਦਾ ਰੂਪ ਹੋ ਗਿਆ, ਦਾਨ ਸਹਿਜ ਹੋ ਗਿਆ। ਤੋ ਇੱਥੇ ਭੱਟ ਕਹਿ ਰਹੇ ਨੇ, ਹੇ ਗੁਰੂ ਨਾਨਕ, ਇਹ ਜੋ ਰਾਜ ਯੋਗ ਦਾ ਆਨੰਦ ਤੁਸੀਂ ਮਾਣਿਆ, ਸਹਿਜ ਯੋਗੀ ਬਣ ਕੇ ਭਾਵ ਤੁਹਾਡੇ ਅੰਦਰੋਂ ਇਹ ਸਭ ਕੁਝ ਪੈਦਾ ਹੋਇਆ ਹੈ। ਤੁਸੀਂ ਬਾਹਰੋਂ ਨਹੀਂ ਧਾਰਨ ਕੀਤਾ, ਬਾਹਰੋਂ ਕੋਸ਼ਿਸ਼ ਨਹੀਂ ਕੀਤੀ। ਰਾਜ ਯੋਗ ਤੁਹਾਡੇ ਸੁਭਾਅ ਦੇ ਵਿੱਚ ਹੈ, ਤੁਹਾਡੀ ਜ਼ਿੰਦਗੀ ਦੇ ਰੋਮ ਰੋਮ ਦੇ ਵਿੱਚ ਰਾਜ ਯੋਗ ਸਮਾਇਆ ਹੋਇਆ ਹੈ। ਇਸ ਵਾਸਤੇ ਭੱਟ ਇੱਥੇ ਕਹਿ ਰਹੇ ਨੇ, ਸਹਿਜ ਜੋਗ ਜਿਨ ਮਾਣਿਓ, ਗੁਣ ਗਾਵੇ ਨਵਨਾਥ ਧਨ ਗੁਰ ਸਾਚ ਸਮਾਇਓ। ਜੋਗੀਆਂ ਦੇ ਮੰਨੇ ਪਰਮੰਨੇ ਨਵਨਾਥ। ਹੇ ਗੁਰੂ ਨਾਨਕ, ਇਹ ਵੀ ਗਾ ਰਹੇ ਨੇ
तेरी उपमा तेरी महिमा। वैसे ही गुरु ग्रंथ साहब जी महाराज दे, गुरु नानक देव जी महाराज दी अगम्मी बाणी है, सिद्ध गोष्ठ, नाथां नाल चर्चा, जोगियां नाल चर्चा। प्रथम ते जोगियां नूं समझ नहीं आई सी, पहली मुलाकात, पहला मिलना। बोलां तो प्रभावित भी हो रहे ने, सुभाव तो प्रभावित भी हो रहे ने, पर फिर भी कहते हैं, ऐ गुरु नानक तुसी दुध दे कांजी पा दिती है। खादी खुणस जोगीशरा, गोष्ठ करन सवे उठ आई। पुछे जोगी भंगर नाथ, तुद दुध विच क्यों कांजी पाई। कांजी किसनू कह रहे हैं? गृहस्थ दी, कारोबार दी, कम धंधियां दी। अपनी जिंदगी दे दुध दे ਇਹ ਕਾਰੋਬਾਰ ਦੀ, ਇਹ ਗ੍ਰਸਤ ਦੀ ਕਾਂਜੀ ਤੁਸੀਂ ਕਿਉਂ ਪਾਈ? ਇਹ ਬਾਲ ਬੱਚਿਆਂ ਦੀ ਕਾਂਜੀ ਕਿਉਂ ਪਾ ਲਈ? ਫਿੱਟਿਆ ਚਾਟੜਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਈ। ਐ ਗੁਰੂ ਨਾਨਕ ਜੀਵਨ ਤੇ ਤੁਹਾਡਾ ਦੁੱਧ ਦੀ ਤਰ੍ਹਾਂ ਸੀ, ਪਰ ਫਟ ਗਿਆ, ਕਾਂਜੀ ਪਾ ਕੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਯੋਗੀਆਂ ਨੂੰ ਸੰਬੋਧਨ ਕਰਦਿਆਂ ਕਹਿੰਦੇ ਨੇ, ਬਾਬਾ ਆਖੇ ਨਾਥ ਜੀ ਤੇਰੀ ਮਾਂ ਪੁਚੱਜੀ ਆਈ। होए अतीत ग्रस्त तज, फिर उन्हों के घर मंगण जाई। जेड़े गृहस्थी जोगियां दी भी लोड़ां दी पूर्ति करदे हवन, वो गृहस्थी नीवें किस तरह हो गए? और एक कारोबारी ना होवन तो त्यागियां दा त्याग भी नहीं रह सकता। एक गृहस्थी ना होवन तो सन्यासियां दा सन्यास भी नहीं ले सकता। तमाम त्यागियां दे डेरे उन्हां लोकां दे आसरे ते चलदे ने जिन्हां ने धन दा त्याग नहीं कीता। तो जिन्हां दा धन दा त्याग नहीं कीता, उन्हां दे सारे दी अगर लोड़ है तो इसदा मतलब धन दी लोड़ है, तो त्याग दा की मतलब? जिन्हां ने परिवार नूं छोड़िया, फिर भी उन्हां दे लोकां दे सारे दी लोड़ है। जिन्हां ने परिवार नूं नहीं छोड़िया, तो फिर परिवार दे छोड़न दा मतलब की होया? वैसे भी देखिया जाए, जगत दे तमाम सिरमौर पुरुष गृहस्थी ने, श्री राम गृहस्थी ने, सीता माता नाल खड़ी आप दी सुपत्नी, श्री कृष्ण गृहस्थी ने, रुक्मणी आप दी पत्नी है, मोहम्मद साहब गृहस्थी ने, मूसा गृहस्थी ने, ईसा गृहस्थ धर्म दे विश्वास रखते ने, गुरु नानक गृहस्थी ने, गुरु गोबिंद सिंह जी महाराज गृहस्थी ने, और समूह भगत जो गुरु ग्रंथ साहब जी महाराज दे बैठे ने गृहस्थी ने, केवल रामानंद ਨੂੰ छोड़ के। तो इसका यह मतलब है कि प्राकृतिक जो नियम है, जो प्रभु ने बनाया है, ये सारे अवतारी पुरुष उसनों मनते रहे ने। त्याग का नारा जिन्होंने लाया, उन्होंने रब्बी सिद्धांत ਨੂੰ समझण दे कुछ अनगहली की थी, और इसी अनगहली ਨੂੰ दूर करने ਲਈ जगत गुरु बाबा धन गुरु नानक देव जी महाराज जगत दे आए ने। इस वास्ते नवनाथां ਨੂੰ भी जद समझ पई, तो वह भी गुरु नानक की उपमा दे खड़े हो गए। गुण गावे नवनाथ, धन गुर साज समायो, मां धाता गुण रवे, जैन चकरवे कहायो। ऋषि मां धाता राजा से और नर्मदा के कंडे बैठ के तप करदा रहा। आज इस मां धाता दे नाम ते बकायदा तीर्थ भी है। शहर का नाम मां धाता है। नर्मदा के उरारले हिस्से नूं मां धाता कहते हैं, पार दे हिस्से नूं ओंकार जी करके कहते हैं। और इस तरह एक महान तीर्थ जिसते बैठ के मां धाता ने तप किया और परम सिद्धि नूं प्राप्त किया। भट्ट कह रहे ने, ए ऋषि मां धाता भी, हे गुरु नानक तेरी उपमा दे खड़ा है। मां धाता गुण रवे, जैन च करवे कहायो, गुण गावे बलराव, सपत पाताल बसंतो, भरतर गुण उचरे, सदा गुर संग रहंतो। राजा बल भी हे गुरु नानक तेरी उपमा पे आगायन करता है। और राज योगी भरतरी राजा सी, पहले प्रेरित होया धर्म तो और दुखत होया संसार तो। तो यह भरतरी जोगी बनता है। और गजब की गल है, धन गुरु नानक देव जी महाराज की इसे भरतरी नाल गोष्ठी हुई है। इसने प्राणायाम की साधना कर करके अपनी उम्र इतनी लंबी कर ली सी कि गुरु नानक दे वक्त मौजूद सी।
ਗੁਰੂ ਨਾਨਕ ਦੇ ਦੋ ਬੜੇ ਕੀਮਤੀ ਸ਼ਬਦ ਆਸਾ ਰਾਗ ਦੇ ਵਿੱਚ ਜੋ ਭਰਤਰੀ ਦੇ ਪ੍ਰਤੀ ਉਚਾਰਨ ਕੀਤੇ ਹੋਏ ਨੇ, ਸਿਫਤੀ ਰੱਤਾ ਸਦ ਬੈਰਾਗੀ ਜੂਏ ਜਨਮ ਨਾ ਹਾਰੇ, ਕਹਿ ਨਾਨਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਧਾਰੇ। ਸੰਬੋਧਨ ਕਰਕੇ ਕਹਿ ਰਹੇ ਨੇ, ਐ ਭਰਤਰੀ ਤੂੰ ਸੁਣ ਕਿਵੇਂ ਪਰਮ ਪਦ ਨੂੰ ਜੋ ਹੈ ਪ੍ਰਾਪਤ ਕਰੀਦਾ ਹੈ। ਔਰ ਸਰੋਤਾ ਬਣ ਕੇ ਭਰਤਰੀ ਸੁਣ ਰਿਹਾ ਹੈ तो गल स्पष्ट हो गई, भरतरी महिमा विच लीन है। भरतरी जानना चाहता है। भरतरी ने कबूल कर लिया कि योग साधना नाल प्राणायाम नाल मैं अपनी उम्र लंबी ते कर लई, अपनी जिंदगी लंबी ते कर लई, जिंदगी सफल करने विच मैं असमर्थ रह गया, जीवन में सफल नहीं कर सकिया, जीवन में लंबा कर लिया। और हे गुरु नानक मेरे जीवन नूं सफल करो, इस तरह का उपदेश मेरी झोली विच पाओ। तो ऐसा उपदेश संदेश गुरु नानक भरतरी दी झोली विच पाउंदे ने। जल ते उपजे जल ते दूर, जल में जोत रहा भरपूर। ऐ भरतरी, कमल दा फुल जल दे चों पैदा हुंदा है और जल विच डुबदा नहीं। जैसे जैसे पानी सरोवर विच वधदा है ऊंचा हुंदा है, डुबदा नहीं। कमल दी तरह अगर कोई मनुख संसार दे रवे, प्रभुता वधदी जाए, धन वधदा जावे, जस वधदा जावे, ताकत वधदी जावे, मनुख उस दिश डुबे ना। कोई धन दिश डुब जाता है, कोई प्रभुता दिश डुब जाता है, कोई रूप रंग दे जो है डुब जाता है, कोई संपदा दे अंदर जो है गर्क होके रह जाता है। पानी दिच जो डुब जाए वो कमल नहीं है। कमल हो जो पानी तो पैदा होके पानी दिच जो है डुबदा नहीं, ऊपर रहिंदा है। तो भरतरी नूं ये संदेश उपदेश दिता है गुरु नानक ने। जल ते उपजे जल ते दूर, जल में जोत रहा भरपूर। सुन भरतर नानक कहे विचार, निर्मल नाम मेरा आधार। भरतर गुण उचरे सदा गुर संग रहंतो, दुर्बा परूरो अंगुर है। गुरु नानक जस गायो ऋषि दुर्वासा परूर। और ऋषि अंगरे गुरु नानक दा जस गायन कर रहे ने। कब कल सो जस नानक गुर, घट घट सहज समायो। ऐसा गुरु नानक जिसका जस घट घट दे जो है व्यापक है, जिस तो जगत प्रभावित है। कवि कल सहार कहते ने, गाओ उस गुरु नानक दे गीत जिस तो अंगरे प्रभावित है, जिस तो ऋषि दुर्वासा प्रभावित है, जिस तो ऋषि क्रूर प्रभावित है। धन गुरु नानक देव जी महाराज का जस गायन करदियां करदियां मनुख दे अंदर ऐसा प्रकाश होता है कि मनुख स्वयं परमात्म रूप हो जाता है। इस वास्ते गुरु नानक देव जी महाराज ब्रह्मंड का सूरज ने, ब्रह्मंड का चानना ने और महान राजयोगी ने।